सारे गज के आखो जी सतनाम श्री वाहिगुरु जी। सुहे ललत कबीर जिया। गुरमुखो मैं कल भी आप जी दे नाल ये बेनती साझी कीती सी कि ये जिहड़ा भगत जी का पावन शब्द है इनू दोनों रागां विच मिला के गाउणा है। नाले ते सोही राग ते नाल ललित, तां ये नाल लिखिया सोही ललित कबीर जियो। भाव सोही ते ललित राग दे अंदर भगत बाबा कबीर जी का उच्चारण किया होया पावन शब्द है। एक कोट पंच सिकदारा पंचे मांगे हाला। ਹੁਣ ਗੁਰਮੁਖੋ ਗੁਰਬਾਣੀ ਵਿੱਚ ਜਿਹੜਾ ਕੋਟ ਸ਼ਬਦ ਆਉਂਦਾ ਹੈ ਨਾ, ਕੋਟ ਸ਼ਬਦ ਗੁਰਬਾਣੀ ਵਿੱਚ ਕਿਲੇ ਲਈ ਵੀ ਆਉਂਦਾ ਹੈ ਤੇ ਕੋਟ ਦਾ ਸ਼ਬਦ ਕਰੋੜ ਵੀ ਹੈ। ਇਹ ਸਾਨੂੰ ਸਮਝਣਾ ਪਏਗਾ ਵੀ ਗੁਰਬਾਣੀ ਵਿੱਚ ਜਿਹੜਾ ਕੋਟ ਸ਼ਬਦ ਆਉਂਦਾ ਹੈ ਇਹਦਾ ਭਾਵ ਕਰੋੜ ਵੀ ਬਣਦਾ ਹੈ ਤੇ ਕੋਟ ਦਾ ਅਰਥ ਕਿਲਾ ਵੀ ਹੈ। ਹੁਣ ਇੱਥੇ ਭਗਤ ਜੀ ਕਹਿੰਦੇ ਏਕ ਕੋਟ ਪੰਜ ਸਿਕਦਾਰਾ ਪੰਚੇ ਮੰਗੈ ਹਾਲਾ। ਭਗਤ ਜੀ ਕਹਿੰਦੇ ਮਨੁੱਖ ਦਾ ਸਰੀਰ ਮਾਨੋ ਇੱਕ ਕਿਲਾ ਹੈ। ਮਨੁੱਖ ਦਾ ਸਰੀਰ ਇੱਕ ਕਿਲਾ, ਜਿਵੇਂ ਸਤਿਗੁਰੂ ਜੀ ਨੇ ਬਾਣੀ ਵਿੱਚ ਉਦਾਹਰਣਾ ਦਿੱਤੀ ਹੈ ਨਾ, ਰਾਜਾ ਬਾਲਕ ਨਗਰੀ ਕਾਜੀ ਦੁਸ਼ਟਾਂ ਨਾਲ ਪਿਆਰੋ। ਵੀ ਇਹ ਜਿਹੜਾ ਸਰੀਰ ਰੂਪੀ ਕਿਲਾ ਹੈ ਨਾ, ਇਹਦਾ ਜਿਹੜਾ ਰਾਜਾ ਹੈ ਉਹ ਮਨੁੱਖ ਦਾ ਮਨ ਹੈ। ਰਾਜਾ ਬਾਲਕ ਨਗਰੀ ਕਾਜੀ ਤੇ ਸਰੀਰ ਰੂਪੀ ਨਗਰੀ ਕਾਜੀ ਹੈ ਤੇ ਦੁਸ਼ਟਾਂ ਨਾਲ ਪਿਆਰੋ। ਤੇ ਤੀਸਰਾ ਇਹ ਵਿਕਾਰ ਦੁਸ਼ਮਣਾਂ ਦੇ ਨਾਲ ਪਿਆਰ ਪਾ ਕੇ ਬੈਠਾ ਹੋਇਆ ਹੈ। ਤਾਂ ਕਰਕੇ ਸਤਿਗੁਰੂ ਜੀ ਕਹਿੰਦੇ ਇਹਦਾ ਸਰੀਰ ਰੂਪੀ ਕਿਲਾ ਬਚੇਗਾ ਕਿਵੇਂ। ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਇਹੀ ਕੁਝ ਹੋਇਆ ਸੀ ਨਾ, ਜਦੋਂ ਸਿੱਖ ਰਾਜ ਗਿਆ। ਤੁਸੀਂ ਜਦੋਂ ਸੋਹਣ ਸਿੰਘ ਸੀਤਲ ਦੀ ਲਿਖੀਆਂ ਹੋਈਆਂ 2 ਕਿਤਾਬਾਂ ਪੜ੍ਹੋਗੇ ਨਾ, ਸਿੱਖ ਰਾਜ ਕਿਵੇਂ ਬਣਿਆ ਤੇ ਸਿੱਖ ਰਾਜ ਕਿਵੇਂ ਗਿਆ, ਤਾਂ ਤੁਹਾਨੂੰ ਸਮਝ ਪਏਗੀ ਕਿ ਮਹਾਰਾਜਾ ਰਣਜੀਤ ਸਿੰਘ ਜਿਹੜਾ ਸੀ ਉਹਦੀ ਬੁੱਧੀ ਇਆਨ ਬਾਲਕਾਂ ਵਾਲੀ ਬਣ ਗਈ। ਉਹ ਆਪਣਿਆਂ ਨਾਲੋਂ ਜਿਹੜੀ ਸੀ ਦੂਰੀ ਬਣਾ ਕੇ ਬਹਿ ਗਿਆ ਤੇ ਜਿਹੜੇ ਬਗਾਨੇ ਸਨ ਉਹਨਾਂ ਨਾਲ ਨੇੜਤਾ ਪਾ ਕੇ ਬਹਿ ਗਏ। ਇਸੇ ਕਾਰਨ ਸਿੱਖ ਰਾਜ ਜਿਹੜਾ ਸੀ ਖਤਮ ਹੋਇਆ। ਇੱਕ ਵੱਖਰਾ ਵਿਸ਼ਾ ਆਪਾਂ ਕਦੇ ਫਿਰ ਵਿਚਾਰ ਕਰਾਂਗੇ। ਹੁਣ ਭਗਤ ਜੀ ਕਹਿੰਦੇ ਮਨੁੱਖ ਦਾ ਸਰੀਰ ਇੱਕ ਕਿਲਾ ਹੈ ਤੇ 5 ਵਿਕਾਰ ਇਸ ਕਿਲੇ ਵਿੱਚ ਚੌਧਰੀ ਵਸਦੇ। ਏਕ ਕੋਟ ਪੰਜ ਸਿਕਦਾਰਾ, ਸਿਕਦਾਰਾ ਦਾ ਅਰਥ ਹੁੰਦਾ ਚੌਧਰੀ। ਪੰਜੇ ਮੰਗੈ ਹਾਲਾ। ਹੁਣ ਭਗਤ ਜੀ ਕਹਿੰਦੇ ਹੈ ਇਹ 5 ਵਿਕਾਰ ਜਿਹੜੇ ਹੈ ਇਹ ਮਨੁੱਖ ਦੇ ਪਾਸੋਂ ਮਾਮਲਾ ਮੰਗਦੇ ਹੈ। ਭਾਵ ਇਹ 5 ਵਿਕਾਰ ਜਿਹੜੇ ਮਨੁੱਖ ਨੂੰ ਖੁਆਰ ਕਰਦੇ ਪਏ। ਪਹਿਲਾਂ ਵੀ ਆਪਾਂ ਸ਼ਬਦ ਪੜ੍ਹੇ ਹੈ ਨਾ ਵੀ ਜਦੋਂ ਇਹ 5 ਵਿਕਾਰ ਮਨੁੱਖ ਤੇ ਹਮਲਾ ਕਰਦੇ ਹੈ ਤਾਂ ਮਨੁੱਖ ਦੇ ਜੀਵਨ ਦੇ ਸ਼ੁਭ ਗੁਣਾਂ ਨੂੰ ਲੁੱਟ ਕੇ ਮਨੁੱਖ ਨੂੰ ਅੰਦਰੋਂ ਇੰਨਾ ਕੰਗਾਲ ਕਰ ਦਿੰਦੇ ਆ ਵੀ ਮਨੁੱਖ ਖੁਆਰ ਹੁੰਦਾ। ਕਦੇ ਕਾਮ ਦੇ ਅਧੀਨ ਹੋ ਕੇ ਖੁਆਰ ਹੁੰਦਾ, ਕਦੇ ਮੋਹ ਦੇ ਅਧੀਨ ਹੋ ਕੇ ਖੁਆਰ ਹੁੰਦਾ, ਕਦੇ ਲੋਭ ਦੇ ਅਧੀਨ ਹੋ ਕੇ ਖੁਆਰ ਹੁੰਦਾ ਤੇ ਕਦੇ ਹੰਕਾਰ ਦੇ ਅਧੀਨ ਹੋ ਕੇ ਖੁਆਰ ਹੁੰਦਾ। ਤੇ ਸਤਿਗੁਰੂ ਜੀ ਕਹਿੰਦੇ ਇਹਦੇ ਖੁਆਰ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਇਹਨੇ ਉਸ ਮਾਲਕ ਪਰਮਾਤਮਾ ਨੂੰ ਵਿਸਾਰ ਦਿੱਤਾ ਜਿਸ ਮਾਲਕ ਨੇ ਕਿਰਪਾ ਕਰਕੇ ਇਹਨੂੰ ਇਹ ਮਨੁੱਖਾ ਜੀਵਨ ਬਖਸ਼ਿਸ਼ ਕੀਤਾ ਸੀ। ਕੱਲ ਵੀ ਆਪਾਂ ਸ਼ਬਦ ਪੜ੍ਹਿਆ ਸੀ ਨਾ, ਹਰ ਵਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ। ਭਾਈ ਜਿਹੜੇ ਮਾਲਕ ਪਰਮਾਤਮਾ ਨੂੰ ਵਿਸਾਰ ਦਿੰਦੇ ਐ ਉਹ 5 ਵਿਕਾਰਾਂ ਦੇ ਹੱਥੋਂ ਖੁਆਰ ਹੁੰਦੇ ਐ, ਪਰ ਜਿਹੜੇ ਮਾਲਕ ਨਾਲ ਜੁੜੇ ਰਹਿੰਦੇ ਆ ਉਹਨਾਂ ਨੂੰ ਕਦੇ ਵੀ ਕੋਈ ਵਿਕਾਰ ਧੋਖਾ ਨਹੀਂ ਦੇ ਸਕਦਾ, ਕਦੇ ਵੀ ਕੋਈ ਵਿਕਾਰ ਲੁੱਟ ਨਹੀਂ ਸਕਦਾ। ਹੁਣ ਭਗਤ ਜੀ ਕਹਿੰਦੇ ਇਹ ਸਰੀਰ ਇੱਕ ਕਿਲਾ ਹੈ। ਇਹ 5 ਵਿਕਾਰ ਜਿਹੜੇ ਇਸ ਕਿਲੇ ਵਿੱਚ ਸਰਦਾਰ ਨੇ ਤੇ ਇਹ 5 ਵਿਕਾਰੀ ਮਨੁੱਖ ਪਾਸੋਂ ਮਾਮਲਾ ਮੰਗਦੇ ਐ। ਭਾਵ ਮਨੁੱਖ ਨੂੰ ਖੁਆਰ ਕਰਦੇ ਪਏ ਹਨ। ਜਿਵੇਂ ਨਾਹੀ ਮੈਂ ਕਿਸੇ ਕੀ ਬੋਏ ਐਸਾ ਦਿਨ ਦੁਖਾਲਾ। ਹੁਣ ਭਗਤ ਜੀ ਬਖਸ਼ਿਸ਼ ਕਰਦੇ ਕਹਿੰਦੇ ਜਿਮੀ ਨਾਹੀ ਮੈਂ ਕਿਸੇ ਕੀ ਬੋਈ ਐਸਾ ਦਿਨ ਦੁਖਾਲਾ। ਦੁਖਾਲੇ ਦਾ ਅਰਥ ਹੁੰਦਾ ਗੁਰਮੁਖੋ ਦੁਖਦਾਈ, ਔਖਾ। ਭਗਤ ਜੀ ਕਹਿੰਦੇ ਮੈਂ ਆਪਣੇ ਸਤਿਗੁਰੂ ਦੀ ਕਿਰਪਾ ਨਾਲ ਇਹਨਾਂ 5 ਵਿਕਾਰਾਂ ਵਿੱਚੋਂ ਕਿਸੇ ਵੀ ਇੱਕ ਦਾ ਮੁਜ਼ਾਰਾ ਨਹੀਂ ਬਣਿਆ। ਮੁਜ਼ਾਰੇ ਦਾ ਅਰਥ ਹੁੰਦਾ ਜਿਹੜਾ ਮਾਮਲਾ ਭਰਨ ਵਾਲਾ। ਆਪਾਂ ਪਹਿਲਾਂ ਮਾਮਲਾ ਭਰਦੇ ਰਹੇ ਨਾ, ਤੁਹਾਨੂੰ ਤੇ ਅੱਜ ਵੀ ਪਤਾ ਹੋ ਗਿਆ ਜਿਹੜੇ ਬਜ਼ੁਰਗ ਬੈਠੇ
मैं पहला भी बेनती की भी अज के बच्चों को तो पता नहीं भी मामला की हुंदा जां किदां मामला भरिया जांदा है, किवें जिहड़ा है वो सानू मामला जिहड़ा पटवारी नूं भरना पैंदा है। हुण भगत जी कहंदे मैं इन्हां पंजे विकारां दा मुजारा नहीं बनिया, भाव मैं इन्हां पंजे विकारां दे दबाव हेठ नहीं आया। क्यों नहीं आया? क्योंकि मैनू पूरे गुरु ने कृपा करके इन्हां पंजे विकारां दे प्रभाव तो बचा लिया। मैं एक बेनती करा गुरमुखो, जदों असीं गुरु दे शब्द नाल अंदरों जुड़ जावांगे फिर इन्हां पंजे विकारां दा दबाव साडे जीवन ते नहीं रहेगा। फिर सानू सहजे ही इन्हां पंजे विकारां नूं समझ के इन्हां पंजे विकारां दी वरतों करनी आ जाएगी। नहीं ते सतगुरु जी बाणी विच कहंदे है, आवर पंच हम एक जना क्यों राखूं कर वार मना, भी ये विकार पंज ने ते मैं कल्ला हां ते मैं इकल्ला इन्हां पंजे विकारां तो अपने हिरदे रूपी घर नूं लुटण तो किवें बचा सकदा। आवर पंच हम एक जना क्यों राखो कर बार मना, मारे लूटे नीत नीत। सतगुरु जी कहते बाहरी चोर जिहड़े है ओदे एक दिन घर नूं लुट के लै जांदे है, पर ये पंजे विकार ते हर वेले मनुख नूं लुटदे। मारे लूटे नीत नीत किस आगे करी पुकार जना। कहते इन्हां दी लुट तो बचन दे लई, इन्हां दे हथों खुवार होण तो बचन लई मैं किहदे अगे पुकार कर। फिर सतगुरु जी अगे तरीका दसदे है, कहते श्री राम नामा उचर मना। कहते ऐ मनुख जे इन्हां पंजे विकारां दे प्रभाव तो बचन है ना, तां अपनी रसना तो रमे हुए राम परमात्मा दे नाम नूं उचारिया कर। क्योंकि जिथे परमात्मा दा नाम आ जांदा है, जिस मनुख के हिरदे विच परमात्मा दा नाम परमात्मा की जात टिक जाती है, फिर उस मनुख के जीवन ते विकारां दा प्रभाव नहीं रहिंदा। नस बंझो किल वेखो करता कर आया, जिथे मालिक परमात्मा वसदा है उस मनुख के जीवन ते इन्हां विकारां दा कोई जोर प्रभाव नहीं रहिंदा। हुण भगत जी कहते जिमी नाही मैं किसी की बोही, ऐसा देन दुखाला। भगत जी कहते मैं इन्हां पंजे विकारां दा प्रभाव नहीं कूलिया, भाव ये पंजे विकार जिहड़े है ये मैनू कुराहे नहीं पा सके। इन्हां ने जतन ते बड़ा कीता मैनू कुराहे पाउण दे लई, क्योंकि गुरमुखो क्रोध भी मनुख नूं कुराहे पा दिंदा है, लोभ भी मनुख नूं कुराहे पा दिंदा है, इसे तरह मोह ते हंकार भी मनुख नूं कुराहे पा दिंदा है। पर भगत जी कहते इन्हां दे दबाव हेठ आके मैं कुराहे नहीं पाया। लोगा मोको नीत दसै पटवारी। हुण गुरमुखो जिहड़ा मनुख मामला ना भरे ना ते बार बार पटवारी उहदे ते दबाव पाउंदा, भाई मामला तेनू भरना पएगा, भावें अज भर भावें कल भर, जे नहीं भरेगा तेरे ते कार्रवाई होएगी। वैसे मैं बेनती करा गुरमुखो, गुरु साहबाना ने किसी समय ये साडा मामला भी माफ करवाया सी। जो गुरु साहबाना का जीवन असी पढ़ते हाँ, उन्होंने साडे इस कारजां विच भी गुरु साहबाना ने साडी मदद की है भी जिहड़े लोग जिन्हां कोल इन्नी आमद नहीं है वो अपना मामला किवें भर सकते हैं। गुरु साहबान समय समय ते साडा मामला भी माफ कराउंदे ने, एक वखरा विषय। हुण भगत जी कहते हर के लोगा मोको नीत दसै पटवारी। हर के लोगा तो भाव है हे हरि दे संत जनों, मैनू हर रोज हर वेले पटवारी जिहड़ा वो दसदा पिया, भाव ये धर्म राज जिहड़ा है जिहड़ा मेरे कीते हुए कर्मां दा हिसाब किताब रखदा है, इहदा हर वेले मेरे अंदर सहम बनिया रहिंदा, मेरे अंदर डर बनिया रहिंदा है भी किते इन्हां कामदैक विकारां दे जोर पैण दे नाल मैं अपने जीवन विच इदां दे कुकर्म ना करा जिन्हां कुकर्मां दा मैनू लेखा देना पै जाए। आपां बड़ी बारी बेनती साझी कीती है ना कि मनुख विकार वाहिगुरू मनुख पाप कदों करदा है, जदों मनुख दे जीवन ते इन्हां विकारां दा प्रभाव वध जांदा है। सतगुरु जी ने बाणी विच जिक्र कीता, कहते जदों मनुख दे जीवन ते इन्हां विकारां दा प्रभाव पै जांदा है ना, फिर मनुख इन्हां विकारां दे अधीन होके कई तरह के पाप कई तरह के कुकर्म करदा है। पाप करै पंचां के वसरे, तीर्थ नहाए कह सब उतरे,
ਪਰ ਸਤਿਗੁਰੂ ਜੀ ਕਹਿੰਦੇ ਇਹਨਾਂ ਵਿਕਾਰਾਂ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ ਭਾਈ, ਗੁਰੂ ਦੇ ਸ਼ਬਦ ਦਾ ਪੱਲਾ ਫੜ ਲਓ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦਾ ਪੱਲਾ ਫੜਿਆ ਫਿਰ ਉਹ ਇਹਨਾਂ ਪੰਜੇ ਵਿਕਾਰਾਂ ਦੇ ਪ੍ਰਭਾਵ ਤੋਂ ਬਚ ਗਏ ਹਨ। ਗੁਰ ਪੂਜਾ ਕਰ ਮੈਂ ਗੁਰ ਪਹਿ ਪੁਕਾਰਿਆ, ਤਿਨ ਹਾਲਿਆ ਉਭਾਰੀ ਰਹਾਉ। ਹੁਣ ਗੁਰਮੁਖ ਜਦੋਂ ਕੋਈ ਮਨੁੱਖ ਡੁੱਬਦਾ ਹੋਵੇ ਨਾ, ਉਸ ਵੇਲੇ ਡੁੱਬਣ ਵੇਲੇ ਮਨੁੱਖ ਉੱਚੀ ਉੱਚੀ ਪੁਕਾਰਦਾ ਵੀ ਜੇ ਮੈਨੂੰ ਕੋਈ ਬਚਾ ਲਵੇ, ਜੇ ਮੇਰੀ ਕੋਈ ਬਾਂਹ ਫੜ ਲਵੇ, ਮੈਨੂੰ ਡੁੱਬਦੇ ਨੂੰ ਇਸ ਭਵ ਸਾਗਰ ਵਿੱਚੋਂ ਕੱਢ ਲਏ। ਹੁਣ ਸਤਿਗੁਰੂ ਜੀ ਕਹਿੰਦੇ ਜਦੋਂ ਮੈਂ ਇਹਨਾਂ ਭਗਤ ਜੀ ਕਹਿੰਦੇ ਪੰਜੇ ਵਿਕਾਰਾਂ ਦੇ ਅਧੀਨ ਹੋ ਕੇ ਇਹਨਾਂ ਵਿਕਾਰਾਂ ਦੇ ਪ੍ਰਭਾਵ ਹੇਠ ਆ ਕੇ ਸੰਸਾਰ ਸਾਗਰ ਵਿੱਚ ਡੁੱਬਦਾ ਪਿਆ ਸੀ, ਤਾਂ ਭਗਤ ਜੀ ਕਹਿੰਦੇ ਉਸ ਵੇਲੇ ਮੈਨੂੰ ਇੱਕੋ ਹੀ ਸਹਾਰਾ ਲੱਭਿਆ ਕਿ ਮੈਂ ਆਪਣੇ ਪੂਰੇ ਗੁਰੂ ਦੇ ਅੱਗੇ ਪੁਕਾਰ ਕਰ। ਤੁਸੀਂ ਇਤਿਹਾਸ ਵਿੱਚ ਜ਼ਿਕਰ ਸੁਣਿਆ ਵੀ ਜਦੋਂ ਭਾਈ ਮੱਖਣ ਸ਼ਾਹ ਲੁਬਾਣੀ ਦਾ ਬੇੜਾ ਡੁੱਬਣ ਲੱਗਿਆ ਨਾ, ਉਸ ਵੇਲੇ ਉਹਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਚੇਤੇ ਕੀਤਾ, ਕਿਉਂਕਿ ਉਹਨੂੰ ਪਤਾ ਸੀ ਕਿ ਇਸ ਡੁੱਬਦੇ ਬੇੜੇ ਨੂੰ ਪੂਰਾ ਗੁਰੂ ਹੀ ਪਾਰ ਲਾ ਸਕਦਾ ਹੈ। ਆਪਾਂ ਬੜੀ ਵਾਰੀ ਗੁਰਬਾਣੀ ਦਾ ਸ਼ਬਦ ਪੜ੍ਹਿਆ ਹੈ, ਜਿੱਥੇ ਸਤਿਗੁਰੂ ਜੀ ਕਹਿੰਦੇ ਗੁਰ ਜਹਾਜ ਖੇਵਟ ਗੁਰੂ, ਗੁਰ ਬਿਨ ਤਰਿਓ ਨਾ ਕੋਏ, ਗੁਰ ਪ੍ਰਸਾਦ ਪ੍ਰਭ ਪਾਈਐ, ਗੁਰ ਬਿਨ ਮੁਕਤ ਨ ਹੋਏ। ਸਤਿਗੁਰੂ ਜੀ ਕਹਿੰਦੇ ਜਦੋਂ ਮਨੁੱਖ ਦਾ ਬੇੜਾ ਇਸ ਸੰਸਾਰ ਰੂਪੀ ਭਵ ਸਾਗਰ ਦੇ ਵਿੱਚ ਵਿਕਾਰਾਂ ਦੀਆਂ ਲਹਿਰਾਂ ਦੇ ਕਾਰਨ ਡੁੱਬਦਾ ਹੈ, ਤਾਂ ਸਤਿਗੁਰੂ ਜੀ ਕਹਿੰਦੇ ਡੁੱਬਦੇ ਹੋਏ ਬੇੜੇ ਨੂੰ ਗੁਰੂ ਦਾ ਸ਼ਬਦ ਹੀ ਪਾਰ ਲੰਘਾ ਸਕਦਾ ਹੈ। ਗੁਰੂ ਦਾ ਸ਼ਬਦ, ਗੁਰੂ ਦੇ ਸ਼ਬਦ ਰੂਪੀ ਬੇੜੇ ਵਿੱਚ ਸਵਾਰ ਹੋ ਕੇ ਤਾਂ ਹੀ ਤੇ ਭੱਟਾਂ ਨੇ ਇੱਕ ਗੱਲ ਕਹੀ ਸੀ, ਕਲ ਯੁਗ ਜਹਾਜ ਅਰਜਨ ਗੁਰੂ, ਸਾਗਲ ਸ੍ਰਿਸ਼ਟ ਲਗ ਬੀਤਰੋ। ਭੱਟ ਜੀ ਕਹਿੰਦੇ ਐ ਜਿਹੜੇ ਦੁਨਿਆਵੀ ਜਹਾਜ਼ ਹੁੰਦੇ ਉਹ ਤੇ ਸੀਮਤ ਹੁੰਦੇ ਐ, ਪਰ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਬਾਣੀ ਦਾ, ਸ਼ਬਦ ਦਾ ਉਹ ਬਹੁਤ ਜਹਾਜ਼ ਤਿਆਰ ਕੀਤਾ ਹੈ ਜਿਹਦੇ ਵਿੱਚ ਸਵਾਰ ਹੋ ਕੇ ਸਮੁੱਚੀ ਲੋਕਾਈ ਪਾਰ ਲੰਘ ਸਕਦੀ ਹੈ। ਤਾਂ ਮੈਂ ਬੇਨਤੀ ਕਰ ਰਿਹਾ, ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਓ ਨਾ ਕੋਏ। ਭਾਈ ਗੁਰੂ ਦੇ ਸ਼ਬਦ ਰੂਪੀ ਬੇੜੇ ਵਿੱਚ ਸਵਾਰ ਹੋਣ ਤੋਂ ਬਿਨਾਂ ਸਾਡੇ ਤੋਂ ਇਹ ਸੰਸਾਰ ਰੂਪੀ ਵਿਕਾਰਾਂ ਦਾ ਸਾਗਰ ਤਰਿਆ ਨਹੀਂ ਜਾਣਾ। ਤਾਂ ਹੀ ਤੇ ਸਤਿਗੁਰੂ ਜੀ ਕਹਿੰਦੇ ਐ, ਉੱਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ, ਤਿਨ ਹਉ ਲੀਆ ਉਭਾਰੀ। ਭੁਜਾ ਦਾ ਅਰਥ ਹੁੰਦਾ ਬਾਂਹ ਕਰਕੇ, ਕਿਉਂਕਿ ਸਤਿਗੁਰੂ ਜੀ ਨੇ ਬਾਣੀ ਵਿੱਚ ਜ਼ਿਕਰ ਕੀਤਾ ਨਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ, ਮੈਂ ਅਜਾਨ ਜਨ ਤਰਵੇ ਨਾ ਜਾਣੋ, ਮੋਕੋ ਬਾਂਦੇ ਬੀਠਲਾ। ਇਹ ਮਾਲਕ ਹੈ ਸਤਿਗੁਰੂ ਜੀ ਕਿਰਪਾ ਕਰੋ, ਮੇਰੀ ਬਾਂਹ ਫੜ ਕੇ ਮੈਨੂੰ ਇਸ ਸੰਸਾਰ ਰੂਪੀ ਭਵ ਸਾਗਰ ਵਿੱਚੋਂ ਡੁੱਬਣ ਤੋਂ ਬਚਾ ਲਓ। ਮੇਰੇ ਜੀਵਨ ਦਾ ਬੇੜਾ ਡੁੱਬ ਰਿਹਾ, ਤਾਂ ਕਰਕੇ ਭਗਤ ਜੀ ਕਹਿੰਦੇ ਮੈਂ ਆਪਣੀ ਬਾਂਹ ਉੱਚੀ ਕਰਕੇ ਆਪਣੇ ਗੁਰੂ ਦੇ ਅੱਗੇ ਪੁਕਾਰ ਕੀਤੀ, ਤਾਂ ਮੇਰੇ ਪੂਰੂ ਗੁਰੂ ਨੇ ਮੇਰੀ ਬਾਂਹ ਫੜ ਕੇ ਮੈਨੂੰ ਇਹਨਾਂ ਵਿਕਾਰਾਂ ਦੀਆਂ ਲਹਿਰਾਂ ਵਿੱਚ ਡੁੱਬਣ ਤੋਂ ਬਚਾ ਲਿਆ ਹੈ। ਡਾਢੇ ਦਸ ਮੁਨਸਬ ਧਾਵੈ, ਰਈਅਤ ਬਸਰ ਨਾ ਦੇਹੀ। ਹੁਣ ਭਗਤ ਜੀ ਕਹਿੰਦੇ 9 ਡਾਢੀ 10 ਮੁਸਬ ਧਾਵੈ, ਰਈਅਤ ਬਸਰ ਨਾ ਦੇਹੀ। 9 ਡਾਢੀ ਦਾ ਭਾਵ ਹੈ ਮਨੁੱਖ ਦੇ ਜਿਹੜੇ 9 ਇੰਦਰੀ। ਭਗਤ ਜੀ ਕਹਿੰਦੇ ਮਨੁੱਖ ਦੇ ਸਰੀਰ ਦੇ ਜਿਹੜੇ 9 ਸੋਦਰ ਹੈ, ਇਹ ਜਰੀਬ ਕਸ ਜਿਹੜੇ ਇੰਦਰੀ ਹੈ, ਭਾਵ ਜਿਹੜੇ ਨਿਆਂ ਕਰਨ ਵਾਲੇ ਹੈ, ਇਹ ਮਨੁੱਖ ਦੇ ਜੀਵਨ ਤੇ ਇੰਨੇ ਹੱਲੇ ਕਰਕੇ ਪੈਂਦੇ ਹੈ। ਰਈਅਤ ਵਸਨਾ ਦੇਈ, ਗੁਰਮੁਖੋ ਰਈਅਤ ਦਾ ਅਰਥ ਹੁੰਦਾ ਪਰਜਾ। ਇੱਥੇ ਪਰਜਾ ਤੋਂ ਭਾਵ ਹੈ ਮਨੁੱਖ ਦੇ ਜੀਵਨ ਦੇ ਭਲੇ ਗੁਣ। ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਨਾ ਵੀ ਇਹ ਵਿਕਾਰ ਜਿਹੜੇ ਹੈ ਮਨੁੱਖ ਦੇ ਸ਼ੁਭ ਗੁਣਾਂ ਨੂੰ ਲੁੱਟ ਲੈਂਦੇ ਹੈ। ਜਿਵੇਂ ਅਸੀਂ ਬਾਣੀ ਵਿੱਚ ਸ਼ਬਦ ਪੜ੍ਹਦੇ, ਅੰਧੀ ਰਈਅਤ ਗਿਆਨ ਵਿਹੂਣੀ, ਭਾਵ ਪਰਜਾ। ਰਈਅਤ ਦਾ ਅਰਥ ਹੁੰਦਾ ਪਰਜਾ। ਹੁਣ ਭਗਤ ਜੀ ਕਹਿੰਦੇ ਇਹ ਜਦੋਂ ਮਨੁੱਖ ਦੇ ਜੀਵਨ ਤੇ ਹੱਲਾ ਕਰਦੇ ਹੈ ਨਾ, ਇਹ ਮਨੁੱਖ ਦੇ ਜੀਵਨ ਦੇ ਅੰਦਰ ਭਲੇ ਗੁਣਾਂ ਦੀ ਜਿਹੜੀ ਪਰਜਾ ਵਸਦੀ ਪਈ ਹੈ ਉਹਨੂੰ ਵਸਣ ਨਹੀਂ ਦਿੰਦੇ। ਜਿਵੇਂ ਬਾਹਰੀ ਤੌਰ ਤੇ ਕਈ ਨਿਆਂ ਕਰਨ ਵਾਲੇ ਲੋਕ ਜਿਹੜੇ ਪਰਜਾ ਨੂੰ ਦੁਖੀ ਕਰਦੇ, ਸਹੀ ਨਿਆਂ ਨਹੀਂ ਕਰਦੇ। ਆਪਾਂ ਵੇਖਦੇ ਕਿਸੇ ਵੀ ਖੇਤਰ ਵਿੱਚ ਚਲੇ ਜਾਈਏ, ਭਾਵੇਂ ਤੁਸੀਂ ਕਿਸੇ ਵੀ ਖੇਤਰ ਵਿੱਚ ਚਲੇ ਜਾਓ, ਅੱਜ ਕੱਲ੍ਹ ਤੇ ਗੁਰਮੁਖੋ ਰਿਸ਼ਵਤ ਤੋਂ ਬਿਨਾਂ ਕਿਸੇ ਨੂੰ ਨਿਆਂ ਨਹੀਂ ਮਿਲਦਾ। ਜ਼ਮੀਨ ਤੁਹਾਡੀ ਹੋਵੇ, ਜਾਇਦਾਦ ਤੁਹਾਡੀ ਹੋਵੇ, ਤੁਸੀਂ ਕਿਸੇ ਪਟਵਾਰੀ ਕੋਲ ਆਪਣੇ ਨੰਬਰ ਲੈਣੀ ਚਲੇ ਜਾਓ,
ਵੀ ਸਾਡੇ ਨੰਬਰ ਦਿਓ ਜੀ ਜ਼ਮੀਨ ਦੇ, ਉਹਨੇ ਚੁੱਪ ਕਰਕੇ ਬੈਠਾ ਰਹਿਣਾ, ਤੁਹਾਡੇ ਵੱਲ ਧਿਆਨ ਹੀ ਨਹੀਂ ਦੇਣਾ। ਤੇ ਜਦੋਂ ਤੁਸੀਂ ਜੇਬ ਚੋਂ ਕੱਢ ਕੇ ਕੁਝ ਪੈਸੇ ਦੇ ਦਿੱਤੇ ਤੇ ਸਾਰਾ ਕੰਮ ਉਹਦੀ ਕਰ ਦੇਣਾ। ਪਰ ਇੱਕ ਮੈਂ ਬੇਨਤੀ ਜ਼ਰੂਰ ਕਰਦੇ ਹਾਂ, ਹਾਲਾਂਕਿ ਮੇਰਾ ਵਿਸ਼ਾ ਨਹੀਂ, ਗੁਰਮੁਖੋ ਜਿੱਥੇ ਰਿਸ਼ਵਤ ਲੈਣ ਵਾਲਾ ਬੰਦਾ ਗੁਨਾਹਗਾਰ ਹੈ ਨਾ, ਉੱਥੇ ਰਿਸ਼ਵਤ ਦੇਣ ਵਾਲਾ ਵੀ ਗੁਨਾਹਗਾਰ ਹੈ। ਰਿਸ਼ਵਤ ਖੋਰ ਲੋਕ ਅਸੀਂ ਪੈਦਾ ਕੀਤੇ ਹੈ, ਕਿਉਂਕਿ ਸਾਨੂੰ ਆਪਣੇ ਕੰਮ ਕਾਜ ਕਰਾਉਣ ਦੇ ਹੱਕਾਂ ਦਾ ਪਤਾ ਨਹੀਂ ਵੀ ਸਾਡੇ ਕੰਮ ਹੋਣੇ ਕਿਵੇਂ। ਹਰ ਬੰਦਾ ਕਹਿੰਦਾ ਜਲਦੀ ਦੇ ਨਾਲ ਮੇਰਾ ਕੰਮ ਹੋ ਜਾਏ, ਭਾਵੇਂ ਕੋਈ ਮੇਰਾ 2 ਨੰਬਰ ਦਾ ਕੰਮ ਹੋਵੇ, ਇਹਦੇ ਲਈ ਰਿਸ਼ਵਤ ਦੇ ਕੇ ਮੈਂ ਆਪਣਾ ਕੰਮ ਨੇਪਰੇ ਚਾੜ ਲੈ। ਫਿਰ ਦੋਸ਼ੀ ਤੇ ਅਸੀਂ ਵੀ ਬਰਾਬਰ ਦੇ ਹਨ। ਅਸੀਂ ਕਿਵੇਂ ਕਹਿ ਸਕਦੇ ਹਾਂ ਵੀ ਰਿਸ਼ਵਤ ਖੋਰੀ ਚੱਲਦੀ ਹੈ ਜੀ, ਵੱਡੀ ਖੋਰੀ ਚੱਲ ਰਹੀ ਹੈ। ਤੇ ਗੁਰਮੁਖੋ ਇਹਦੇ ਜ਼ਿੰਮੇਵਾਰ ਅਸੀਂ ਹਾਂ, ਕਿਉਂਕਿ ਅਸੀਂ ਰਿਸ਼ਵਤ ਦਿੰਦੇ ਹਾਂ। ਜੇ ਅਸੀਂ ਰਿਸ਼ਵਤ ਨਹੀਂ ਦਿਆਂਗੇ ਤਾਂ ਰਿਸ਼ਵਤ ਖੋਰੀ ਆਪਣੇ ਆਪ ਹੀ ਖਤਮ ਹੋ ਜਾਣੀ। ਮੈਂ ਬੇਨਤੀ ਕਰ ਰਿਹਾ ਵੀ ਤੁਸੀਂ ਕਿਸੇ ਵੀ ਮਹਿਕਮੇ ਵਿੱਚ ਚਲੇ ਜਾਓ, ਦੇਖੋ ਮਹਿਕਮੇ ਮਾੜੇ ਨਹੀਂ, ਭਾਵੇਂ ਤੁਸੀਂ ਪੁਲਿਸ ਦੀ ਗੱਲ ਕਰੋ, ਬਿਜਲੀ ਮਹਿਕਮੇ ਦੀ ਗੱਲ ਕਰੋ, ਪਟਵਾਰੀ ਜਿੱਧਰ ਆਪਾਂ ਕਹਿ ਲਓ, ਜ਼ਮੀਨੀ ਮਹਿਕਮਾ ਦੀ ਗੱਲ ਕਰੋ, ਪਰ ਹਰ ਇੱਕ ਮਹਿਕਮੇ ਵਿੱਚ ਉਹ ਰਿਸ਼ਵਤਖੋਰ ਲੋਕ ਬੈਠੇ ਹੋਏ ਹੈ, ਜਿਨ੍ਹਾਂ ਦੀਆਂ ਲੱਖਾਂ ਤਨਖਾਹਾਂ ਨੇ, ਫਿਰ ਵੀ ਰਿਸ਼ਵਤ ਨੇ ਮੂੰਹ ਅੱਡ ਕੇ ਬੈਠੇ ਹੋਏ। ਮੇਰਾ ਖੁਦ ਵਾਹ ਪੈਂਦਾ ਰਿਹਾ, ਮੈਂ ਕਈ ਵਾਰ ਜਾਂਦਾ ਰਿਹਾ, ਤੇ ਰਿਸ਼ਵਤ ਤੋਂ ਬਿਨਾਂ ਕੰਮ ਨਹੀਂ ਹੁੰਦਾ। ਪਰ ਜੇ ਤੁਸੀਂ ਸਹੀ ਹੋਵੋਗੇ ਤੇ ਤੁਹਾਨੂੰ ਪਤਾ ਵੀ ਮੇਰਾ ਕੰਮ ਨਿਯਮ ਦੇ ਮੁਤਾਬਕ ਹੈ, ਸਹੀ ਹੈ, ਵੀ ਮੇਰਾ ਕੰਮ ਜ਼ਰੂਰ ਹੋਏਗਾ, ਮੈਨੂੰ ਰਿਸ਼ਵਤ ਦੇਣ ਦੀ ਕੀ ਲੋੜ ਹੈ। ਪਰ ਜਦੋਂ ਤੁਹਾਡਾ ਕੰਮ ਸਹੀ ਨਹੀਂ, ਫਿਰ ਤੁਸੀਂ ਰਿਸ਼ਵਤ ਦਿਓਗੇ, ਇਹਦੇ ਨਾਲ ਰਿਸ਼ਵਤ ਖੋਰੀ ਹੋਰ ਵਧੇਗੀ, ਫਿਰ ਸਾਨੂੰ ਨਿਆਂ ਕਿੱਥੋਂ ਮਿਲੇਗਾ। ਖੈਰ ਮੈਂ ਜਿਹੜੀ ਬੇਨਤੀ ਕਰਦਾ ਸਾਂ, ਭਗਤ ਜੀ ਕਹਿੰਦੇ ਇਹ ਜਦੋਂ ਮਨੁੱਖ ਦੇ ਜੀਵਨ ਤੇ ਹੱਲਾ ਬੋਲਦੇ ਆ, ਇਹਨਾਂ ਨੇ ਨਿਆਂ ਤੇ ਕੀ ਕਰਨਾ ਹੈ। ਭਗਤ ਜੀ ਕਹਿੰਦੇ ਇਹ ਤੇ ਏਦਾਂ ਦਾ ਹੱਲਾ ਕਰਦੇ ਹੈ ਕਿ ਮਨੁੱਖ ਦੇ ਅੰਦਰ ਜਿਹੜੀ ਭਲੇ ਗੁਣਾਂ ਦੀ ਪਰਜਾ ਹੈ ਉਹਨੂੰ ਵਸਣ ਨਹੀਂ ਦਿੰਦੇ। ਕਿਉਂਕਿ ਆਪਾਂ ਪਹਿਲਾਂ ਵੀ ਸ਼ਬਦ ਪੜ੍ਹੇ, ਅੰਮ੍ਰਿਤ ਲੁੱਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਭਾਈ ਇਹ ਵਿਕਾਰ ਜਿਹੜੇ ਮਨੁੱਖ ਦੇ ਸ਼ੁਭ ਗੁਣਾਂ ਨੂੰ ਲੁੱਟ ਲੈਂਦੇ ਹਨ। ਤੋਰੇ ਪੂਰੇ ਮਾਪੈ ਨਾਹੀ, ਬਹੁ ਬਿਸਟਾਲਾ ਦੇਹੀ। ਗੁਰਮੁਖੋ ਤੁਸੀਂ ਸਮਝਦੇ ਹੋਵੋਗੇ ਜਦੋਂ ਜ਼ਮੀਨ ਨੂੰ ਨਾਪਿਆ ਜਾਂਦਾ ਹੈ ਨਾ, ਉਸ ਵੇਲੇ ਇੱਕ ਜਰੀਬ ਦੀ ਵਰਤੋਂ ਕੀਤੀ ਜਾਂਦੀ ਹੈ। ਸ਼ਾਇਦ ਕਈਆਂ ਨੂੰ ਤੇ ਨਹੀਂ ਪਤਾ ਹੋਣਾ, ਤੇ ਉਹ ਜਿੱਦਾਂ ਆਪਾਂ ਸੰਗਲ ਹੁੰਦਾ ਨਾ, ਉਹ ਇੱਕ ਬਹੁਤ ਵੱਡਾ ਸੰਗਲ ਕਹਿ ਦਿਓ ਆਪਾਂ, ਜਰੀਬ। ਮੈਂ ਵੇਖਿਆ ਨਾ ਸਾਡੇ ਆਪਣੇ ਖੇਤ ਦੇ ਵਿੱਚ ਉਹ ਪੱਥਰ ਲੱਗਿਆ ਹੋਇਆ ਜਿਹਦੇ ਉੱਤੋਂ ਮਿਹਨਤੀ ਕੀਤੀ ਜਾਂਦੀ। ਆਪਾਂ ਨੂੰ ਪਤਾ ਹੀ ਵੀ ਅੱਜ ਕੱਲ੍ਹ ਜ਼ਮੀਨਾਂ ਦੇ ਜਾਇਦਾਦਾਂ ਦੇ ਝਗੜੇ ਚੱਲਦੇ ਰਹਿੰਦੇ ਹੈ, ਤੇ ਉੱਥੇ ਉਹ ਵਾਰ-ਵਾਰ ਜਿਹੜੇ ਲੋਕ ਆਉਂਦੇ ਰਹਿੰਦੇ, ਤੇ ਥੋੜਾ ਮੋਟਾ ਸਮਝ ਪਈ ਹੈ। ਹੁਣ ਭਗਤ ਜੀ ਕਹਿੰਦੇ ਚਾਹੀਦਾ ਤੇ ਇਹ ਹੈ ਵੀ ਜਰੀਬ ਦੇ ਨਾਲ ਪੂਰਾ ਨਾਪਿਆ ਜਾਏ, ਸਹੀ ਨਾਪਿਆ ਜਾਏ, ਬਣਦਾ ਹੱਕ ਦਿੱਤਾ ਜਾਏ। ਤੁਸੀਂ ਹੈਰਾਨ ਹੋਵੋਗੇ ਗੁਰਮੁਖੋ, ਕਈ ਲੋਕ ਤੇ ਜਰੀਬਾਂ ਨੂੰ ਵੀ ਛੋਟੀਆਂ ਕਰ ਲੈਂਦੇ, ਆਪਣੀ ਜਾਇਦਾਦ ਵਧਾਉਣ ਦੇ ਲਈ ਦੂਜੇ ਦੀ ਜਾਇਦਾਦ ਨੂੰ ਹੜੱਪਣ ਦੇ ਲਈ ਜਰੀਬਾਂ ਵੀ ਛੋਟੀਆਂ ਕਰ ਲੈਂਦੇ ਆ, ਵਿੱਚੋਂ ਅੜੀਆਂ ਕੱਢ ਦਿੰਦੇ ਆ ਵੀ ਜਰੀਬ ਛੋਟੀ ਹੋ ਜਾਏ ਤੇ ਗਿਣਤੀ ਮਿਣਤੀ ਵਿੱਚੋਂ ਫਰਕ ਪੈ ਜਾਏ। ਹੁਣ ਭਗਤ ਜੀ ਕਹਿੰਦੇ ਡੋਰੀ ਪੂਰੀ ਮਾਪੈ ਨਾਹੀ, ਬਹੁ ਬਿਸ਼ਟਾਲਾ ਲੇਹੀ। ਭਗਤ ਜੀ ਕਹਿੰਦੇ ਐ ਇਹ ਜਰੀਬ ਕਸ ਜਰੀਬ ਪੂਰੀ ਨਹੀਂ ਮਾਪਦੇ ਤੇ ਵਧੀਕ ਵੱਢੀ ਲੈਂਦੇ ਐ, ਭਾਵ ਮਨੁੱਖ ਨੂੰ ਬਿੱਤੋਂ ਵਧੀਕ ਵਿਸਿਆਂ ਵਿੱਚ ਫਸਾਉਂਦੇ। ਤੇ ਫਰਜ਼ ਦਾ ਤਾਂ ਇਹ ਬਣਦਾ ਸੀ ਵੀ ਮਨੁੱਖ ਦੇ ਅਧੀਨ ਹੋ ਕੇ ਚੱਲਦੇ, ਇਹ ਸਹੀ ਨਾਪ ਤੋਲ ਕਰਦੇ। ਪਰ ਭਗਤ ਜੀ ਕਹਿੰਦੇ ਇਹ ਮਨੁੱਖ ਨੂੰ ਜ਼ਿਆਦਾ ਵਿਸ਼ੇ ਵਿਕਾਰਾਂ ਵਿੱਚ ਫਸਾਉਂਦੇ ਐ, ਭਾਵ ਜਾਇਜ਼ ਤੋਂ ਵੱਧ ਅਜਾਇਜ਼ ਕੰਮ ਕਰਾਉਂਦੇ ਐ। ਭਾਵ ਇਹ ਵਿਕਾਰ ਜਿਹੜੇ ਐ ਮਨੁੱਖ ਨੂੰ ਇੰਨਾ ਫਸਾ ਲੈਂਦੇ ਐ ਕਿ ਮਨੁੱਖ ਦਾ ਇਹਨਾਂ ਵਿਕਾਰਾਂ ਵਿੱਚੋਂ ਨਿਕਲਣਾ ਔਖਾ ਹੋ ਜਾਂਦਾ। ਮਨੁੱਖ ਯਤਨ ਵੀ ਕਰਦਾ, ਕਿਉਂਕਿ ਭਗਤ ਜੀ ਕਹਿੰਦੇ ਐ ਇਹ ਮਨੁੱਖ ਨੂੰ ਇਨਸਾਫ ਦੇਣ ਦੇ ਲਈ, ਭਾਵ ਇਹਨਾਂ ਗਿਆਨ ਇੰਦਰੀਆਂ ਨੂੰ ਕਿਸੇ ਹੱਦ ਵਿੱਚ ਰਹਿਣ ਦੀ ਬਜਾਏ, ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਨਾ ਵੀ ਜਦੋਂ ਇਹ 5 ਵਿਕਾਰ ਕਿਸੇ ਹੱਦ ਵਿੱਚ ਰਹਿੰਦੇ ਐ, ਇਹ ਸਹੀ ਰਹਿੰਦੇ ਐ, ਇਹਨਾਂ ਦੀ ਵਰਤੋਂ ਸਾਨੂੰ ਕਰਨੀ ਆ ਜਾਂਦੀ ਹੈ, ਉਦੋਂ ਇਹ 5 ਵਿਕਾਰ ਜਿਹੜੇ ਮਨੁੱਖ ਦੇ ਜੀਵਨ ਦੇ 5 ਜਜ਼ਬੇ ਬਣ ਕੇ ਸਹੀ ਕੰਮ ਕਰਦੇ ਐ। ਪਰ ਜਦੋਂ ਇਹਨਾਂ 5 ਵਿਕਾਰਾਂ ਦਾ ਪ੍ਰਭਾਵ ਵੱਧ ਜਾਂਦਾ ਹੈ, ਉਦੋਂ ਇਹ ਮਨੁੱਖ ਦੇ ਜੀਵਨ ਵਿੱਚ ਲਾਭ ਕਰਨ ਦੀ ਬਜਾਏ ਮਨੁੱਖ ਦੇ ਜੀਵਨ ਦਾ ਨੁਕਸਾਨ ਕਰਦੇ ਐ, ਭਾਵ ਮਨੁੱਖ ਦੇ ਜੀਵਨ ਦੇ ਸ਼ੁਭ ਗੁਣਾਂ ਨੂੰ ਲੁੱਟ ਲੈਂਦੇ ਐ। ਭਾਵ ਇਹਨਾਂ ਵਿਸ਼ੇ ਵਿਕਾਰਾਂ ਦੇ ਅਧੀਨ ਹੋਇਆ ਮਨੁੱਖ ਇੰਨੀ ਦਲਦਲ ਵਿੱਚ ਫਸ ਜਾਂਦਾ ਵੀ ਫਿਰ ਨਿਕਲਣਾ ਔਖਾ ਹੋ ਜਾਂਦਾ। ਜਿਵੇਂ ਸਤਿਗੁਰੂ ਜੀ ਨੇ ਬਾਣੀ ਵਿੱਚ ਜ਼ਿਕਰ ਕੀਤਾ ਹੈ ਨਾ, ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤੇ ਡੂਬੀ ਅਲੇ। ਸਤਿਗੁਰੂ ਜੀ ਕਹਿੰਦੇ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ
ਕਿ ਸੰਸਾਰ ਦੇ ਬਹੁਤੇ ਲੋਕ ਮੋਹ ਦੇ ਚਿੱਕੜ ਵਿੱਚ ਡੁੱਬ ਰਹੇ, ਪਰਿਵਾਰ ਦੇ ਮੋਹ ਵਿੱਚ ਡੁੱਬ ਰਹੇ। ਮੈਂ ਬੜੀ ਵਾਰ ਬੇਨਤੀ ਕੀਤੀ ਹੈ ਗੁਰਮੁਖੋ, ਅਸੀਂ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਪਰਿਵਾਰ ਦੇ ਮੋਹ ਦੇ ਚਿੱਕੜ ਵਿੱਚ ਨਹੀਂ ਡੁੱਬਣਾ। ਅਸੀਂ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਇੱਦਾਂ ਜੀਵਨ ਬਤੀਤ ਕਰਨਾ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਿਆਂ ਹੋਇਆਂ ਚਿੱਕੜ ਤੋਂ ਨਿਰਲੇਪ। ਤਾਂ ਹੀ ਸਤਿਗੁਰੂ ਜੀ ਨੇ ਆਖਿਆ, ਜਿਉਂ ਜਲ ਮੈਂ ਕਮਲ ਅਲਿਪ ਤੋਂ ਵਰਤੈ, ਤਿਉਂ ਵਿੱਚੇ ਗਿਰਿਆ ਉਦਾਸ ਭਾਵ। ਅਸੀਂ ਉਸ ਦਲਦਲ ਵਿੱਚ ਨਹੀਂ ਫਸਣਾ। ਤਾਂ ਕਰਕੇ ਭਗਤ ਜੀ ਕਹਿੰਦੇ ਭਾਈ, ਇਹ ਵਿਕਾਰ ਜਿਹੜੇ ਮਨੁੱਖ ਦੇ ਜੀਵਨ ਤੇ ਇੰਨਾ ਪ੍ਰਭਾਵ ਪਾ ਲੈਂਦੇ ਆ ਕਿ ਇਹਨਾਂ ਤੋਂ ਬਚ ਕੇ ਨਿਕਲਣਾ ਬੜਾ ਹੀ ਔਖਾ ਹੋ ਜਾਂਦਾ ਹੈ। ਤਰ ਕਰ ਇਕ ਪੁਰਖ ਸਮਾਇਆ, ਉਨ ਦਿਆ ਨਾਮ ਲਿਖਾਏ। ਹੁਣ ਭਗਤ ਜੀ ਕਹਿੰਦੇ 72 ਘਰ ਇੱਕ ਪੁਰਖ ਸਮਾਇਆ, ਉਨ ਦੀਆ ਨਾਮ ਲਿਖਾਈ। 72 ਘਰ ਦਾ ਭਾਵ ਹੈ 72 ਕੋਠੜੀਆਂ ਵਾਲਾ ਜਿਹੜਾ ਮਨੁੱਖ ਦਾ ਸਰੀਰ ਹੈ। ਭਗਤ ਜੀ ਕਹਿੰਦੇ ਮੈਂ ਆਪਣੇ ਗੁਰੂ ਦੇ ਅੱਗੇ ਪੁਕਾਰ ਕੀਤੀ ਤਾਂ ਮੇਰੇ ਗੁਰੂ ਨੇ ਮੈਨੂੰ ਉਸ ਪਰਮਾਤਮਾ ਨਾਲ ਜੋੜ ਕੇ ਮੈਨੂੰ ਉਸ ਪਰਮਾਤਮਾ ਦੇ ਕੋਲੋਂ ਨਾਮ ਦੀ ਰਾਹਦਾਰੀ ਦਿਵਾ ਦਿੱਤੀ, ਜਿਹੜੀ ਰਾਹਦਾਰੀ ਨਾਲ ਮੈਂ ਆਪਣੇ ਸਰੀਰ ਦੇ ਵਿੱਚ ਮੌਜੂਦ ਪਰਮਾਤਮਾ ਨੂੰ ਜਾਣ ਲਿਆ। ਕਿਉਂਕਿ ਗੁਰਮੁਖੋ, ਜਦੋਂ ਅਸੀਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਨਾ, ਭਾਵੇਂ ਅੱਜ ਅਸੀਂ ਸਤਿਕਾਰ ਦੇ ਨਾਲ ਜਪ ਜੀ ਸਾਹਿਬ ਕਹਿੰਦੇ ਆ, ਪਰ ਪਹਿਲਾਂ ਜਿਹੜਾ ਕਈ ਲਿਖਤਾਂ ਵਿੱਚ ਸਾਨੂੰ ਨਾਮ ਮਿਲਦਾ ਜਪ ਨਿਸ਼ਾਨ। ਨਿਸ਼ਾਨ ਦਾ ਅਰਥ ਹੁੰਦਾ ਰਾਹਦਾਰੀ। ਜਿਵੇਂ ਕਿਸੇ ਮਨੁੱਖ ਨੇ ਇੱਕ ਥਾਂ ਤੋਂ ਹੋਰ ਥਾਂ ਤੇ ਜਾਣਾ ਹੋਵੇ ਨਾ, ਉਹਦੇ ਕੋਲ ਸਾਜੋ ਸਮਾਨ ਵੀ ਹੋਵੇ, ਪਰ ਜੇ ਉਹਦੇ ਕੋਲ ਰਸਤੇ ਦੀ ਰਾਹਦਾਰੀ ਹੋਵੇ, ਉਹਨੂੰ ਰੋਕਣ ਵਾਲਾ ਕੋਈ ਬੰਦਾ ਕੱਢ ਕੇ ਦਿਖਾ ਦਿੰਦਾ ਵੀ ਮੇਰੇ ਕੋਲ ਰਾਹਦਾਰੀ ਹੈ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਮਨੁੱਖਾਂ ਕੋਲ ਨਾਮ ਦੀ ਰਾਹਦਾਰੀ ਹੈ, ਜਿਨ੍ਹਾਂ ਦੇ ਮੱਥੇ ਤੇ ਜਪ ਦਾ ਨਿਸ਼ਾਨ ਲੱਗ ਗਿਆ, ਭਾਈ ਉਹਨਾਂ ਨੂੰ ਰਸਤੇ ਵਿੱਚ ਟੋਕਣ ਵਾਲਾ ਕੋਈ ਨਹੀਂ, ਰੋਕਣ ਵਾਲਾ ਕੋਈ ਨਹੀਂ। ਭਾਵ ਉਹਨਾਂ ਨੂੰ ਉਹਨਾਂ ਦੇ ਜੀਵਨ ਦੇ ਵਿਕਾਰ ਜਿਹੜੇ ਹੈ ਜੀਵਨ ਦੀ ਮੰਜ਼ਿਲ ਤੋਂ ਥਿੜਕਾ ਨਹੀਂ ਸਕਦੇ। ਤਾਂ ਕਰਕੇ ਭਗਤ ਜੀ ਕਹਿੰਦੇ ਪੂਰੇ ਗੁਰੂ ਨੇ ਮੈਨੂੰ ਪਰਮਾਤਮਾ ਦੇ ਨਾਮ ਨਾਲ ਜੋੜ ਕੇ ਨਾਮ ਦੀ ਰਾਹਦਾਰੀ ਜਿਹੜੀ ਹੈ ਉਹ ਲਿਖਾ ਦਿੱਤੀ। ਭਾਵ ਹੁਣ ਮੈਨੂੰ ਇਹਨਾਂ ਵਿਕਾਰਾਂ ਦਾ ਡਰ ਨਹੀਂ ਰਿਹਾ। ਧਰਮ ਰਾਇ ਕਾ ਦਫ਼ਤਰ ਸੋਧਿਆ, ਬਾਕੀ ਰਿਜਮ ਨਾ ਖਾਏ। ਹੁਣ ਭਗਤ ਜੀ ਬਖਸ਼ਿਸ਼ ਕਰਦੇ ਆ, ਧਰਮ ਰਾਏ ਕਾ ਦਫ਼ਤਰ ਸੋਧਿਆ, ਬਾਕੀ ਰਿਜਮ ਨ ਕਾਈ। ਰਿਜਮ ਦਾ ਅਰਥ ਹੁੰਦਾ ਰੱਤਾ ਭਰਵੀ। ਭਾਵ ਹੁਣ ਮੇਰੀ ਜਿੰਮੇ ਦੇਣ ਵਾਲੀ ਰਕਮ ਜਿਹੜੀ ਹੈ ਉਹ ਨਹੀਂ ਰਹੀ। ਭਾਵ ਭਗਤ ਜੀ ਕਹਿੰਦੇ ਸਤਿਗੁਰੂ ਦੀ ਮਿਹਰ ਸਦਕਾ ਜਦੋਂ ਧਰਮ ਰਾਜ ਦੇ ਦਫ਼ਤਰ ਦੀ ਪੜਤਾਲ ਕੀਤੀ ਤਾਂ ਮੇਰੇ ਜਿੰਮੇ ਰੱਤਾ ਭਰ ਵੀ ਕੋਈ ਲੇਖਾ ਨਹੀਂ ਨਿਕਲਿਆ। ਕਿਉਂਕਿ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਭਾਈ ਜਿਨ੍ਹਾਂ ਨੇ ਜਿਉਂਦੇ ਜੀ ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣੇ ਜੀਵਨ ਦਾ ਲੇਖਾ ਮਿਟਾ ਦਿੱਤਾ, ਫਿਰ ਉਹਨਾਂ ਦੇ ਕਾਗਜ਼ ਜਿਹੜੇ ਧਰਮ ਰਾਜ ਨੇ ਪਾੜ ਦਿੱਤੇ। ਭਾਵ ਉਹਨਾਂ ਦਾ ਲੇਖਾ ਜੋਖਾ ਸੰਸਾਰ ਦੀ ਖਤਮ ਹੋ ਗਏ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਤਾਂ ਕਰਕੇ ਭਗਤ ਜੀ ਕਹਿੰਦੇ ਸਤਿਗੁਰੂ ਦੀ ਮਿਹਰ ਸਦਕਾ ਜਦੋਂ ਧਰਮ ਰਾਜ ਦੇ ਦਫ਼ਤਰ ਦੀ ਪੜਤਾਲ ਕੀਤੀ, ਭਾਵ ਜਦੋਂ ਮੇਰੇ ਕੀਤੇ ਹੋਏ ਕਰਮਾਂ ਦਾ ਲੇਖਾ ਹੋਣ ਲੱਗਿਆ, ਤਾਂ ਭਗਤ ਜੀ ਕਹਿੰਦੇ ਮੈਂ ਬਿਲਕੁਲ ਸਾਫ਼ ਨਿਕਲਿਆ। ਕਿਉਂਕਿ ਮੇਰੇ ਜੀਵਨ ਵਿੱਚ ਕੋਈ ਇਦਾਂ ਦਾ ਲੇਖਾ ਨਹੀਂ ਨਿਕਲਿਆ ਜਿਹਦੇ ਲੇਖੇ ਦਾ ਹਿਸਾਬ ਕਿਤਾਬ ਮੈਨੂੰ ਦੇਣਾ ਪਵੇ। ਭਾਵ ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰੋਂ ਕੁਕਰਮਾਂ ਦਾ ਲੇਖਾ ਹੁਣ ਮੁੱਕ ਗਿਆ। ਪਰ ਇੱਕ ਬੇਨਤੀ ਮੈਂ ਜ਼ਰੂਰ ਕਰਾਂ ਗੁਰਮੁਖੋ, ਇਸ ਲੇਖੇ ਨੂੰ ਮੁਕਾਉਣਾ ਸਾਨੂੰ ਹੀ ਪਏਗਾ। ਇਹ ਲੇਖਾ ਕੋਈ ਹੋਰ ਨਹੀਂ ਮੁਕਾ ਸਕਦਾ। ਜਦੋਂ ਅਸੀਂ ਕੁਕਰਮਾਂ ਨੂੰ ਛੱਡਾਂਗੇ, ਆਪਣੇ ਜੀਵਨ ਵਿੱਚ ਚੰਗੇ ਕਰਮ ਕਰਾਂਗੇ, ਤਾਂ ਸਤਿਗੁਰੂ ਜੀ ਕਹਿੰਦੇ ਸਮਝ ਲਓ ਤੁਹਾਡਾ ਲੇਖਾ ਨਿਬੜ ਗਿਆ। ਨਾਨਕ ਤਿਨ ਕੋ ਸਤਿਗੁਰ ਮਿਲਿਆ, ਤਿਨ ਕਾ ਲੇਖਾ ਨਿਬੜਿਆ। ਨਾਨਕ ਜਿਨ ਕੋ ਸਤਿਗੁਰ ਮਿਲਿਆ, ਤਿਨ ਕਾ ਲੇਖਾ ਨਿਬੜਿਆ। ਭਾਵ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣੇ ਜੀਵਨ ਵਿੱਚੋਂ ਮੰਦੇ ਕਰਮ ਕਰਨੇ ਛੱਡ ਦਿੱਤੇ, ਸਮਝ ਲਓ ਉਹਨਾਂ ਦੇ ਜੀਵਨ ਦਾ ਲੇਖਾ ਨਿਬੜ ਗਿਆ। ਉਹ ਮਾਲਕ ਦੇ ਘਰ ਵਿੱਚ ਸੁਰਖਰੂ ਹੋ ਗਏ ਹਨ। ਸੰਤਾਂ ਕੋ ਮਤ ਕੋਈ ਨਿੰਦਾ, ਸੰਤ ਰਾਮ ਹੈ ਏਕਾ। ਗੁਰਮੁਖੋ ਇੱਕ ਗੱਲ ਚੇਤੇ ਰੱਖਿਓ, ਜਦੋਂ ਗੁਰਬਾਣੀ ਵਿੱਚ ਸੰਤ ਸ਼ਬਦ ਆਉਂਦਾ ਹੈ ਨਾ, ਇਹਦਾ ਭਾਵ ਕਿਸੇ ਬਾਹਰੀ ਲਿਬਾਸ ਤੋਂ ਨਹੀਂ ਅਸੀਂ ਲੈਣਾ।
मैं बड़ी बारी बेनती की है भी गुरबाणी में जिहड़े शब्द आउंदे है ना, भावें ब्रह्म ज्ञानी शब्द है, भावें साध शब्द है, भावें संत शब्द है, इन्हां शब्दां दे भुलेखे विच जदों असीं पै जाने हैं ना, ते कई लोग साडी मानसिक तौर ते आर्थिक तौर ते बड़ी लुट करदे, क्योंकि हर बंदा इन्हां नामां दी वरतों करके सानू लुट रहे है। जदों असीं सतगुरां दी बाणी विचों समझांगे तां सानू समझ पएगी भी संत केवल शरीर दा नाम नहीं, असल विच एक बहुत वड्डी अवस्था है। जिन्ना सास गिरास न विसरै, हर नामा मन मंत, धन से सेई नानका पूर्ण सोई संत। भाव जिन्हां दी सुरत हर वेले परमात्मा दे नाम नाल जुड़ी रहिंदी है। सच्चे पातशाह जी कहंदे असल विच ओही संत जन, जिवें असीं बड़ी बड़ी शब्द विचारे है, खट लखन पूर्ण पुरख है, नानक नाम साध सुभजन है। भाव जिन्हां दे जीवन विच ये गुण ने, केवल कोई बाहरी धर्म का लिबास पा के संत नहीं बन सकता। नहीं तो अज आप वेख रहे हैं ना, जिहड़े अज संत बन के बैठे किवें सानू बाणी तो दूर जा रहे हैं, किवें डेरावाद के नाम ते सानू लुटिया जा रहा है। तां करके सानू सुचेत होने की लोड़ है। इत्थे भगत जी कहते संतां को मत कोई निंदो, संत राम है एको। वैसे एक मैं बेनती करा गुरमुखो, निंदिया की परवाह उस मनुख नूं होंदी है जिहड़ा अधूरा है। जिहड़ा पूरा हो गया ना, जिहड़ा हरि दा संत बन गया, वो फिर निंदिया के इस प्रभाव तो उपर उठ जाता है। ओदी अवस्था ते ये बन जाती है, निंदो 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 मोको लोग निंदो, निंदा जन को खरी प्यारी, निंदा बाप निंदा महतारी। भगत जी कहने निंदे जाओ, मेरे ते निंदिया दा असर ही कोई नहीं, मैनू हुण निंदिया दी की प्रवाह। हुण भगत जी कहने संतां को मत कोई निंदो, संत राम है एको। भाई जिन्हां संत जना की बरकत दे नाल मैं इन्हां विकारां नूं जित्तिया। भगत जी कहते कोई भी मनुख उन्हां संत जना की निंदिया ना करे। क्यों ना करियो? क्योंकि भगत जी कहते संत राम है एको, ते परमात्मा दे संत जन ते परमात्मा विच कोई भी भेद नहीं है। तां ही असीं गुरबाणी दा शब्द पढ़दे हां, हर का सेवक सो हर जेहा, भेद ना जानो मानस देहा। भाई जिहड़ा हरि दा संत है, हरि दा भगत है, वो अपने जीवन के गुणा करके परमात्मा वर्गी हो जाता है। जिहड़े गुण परमात्मा दे विच ने, उही गुणां दे नाल वो अपने जीवन नूं संगार लैंदा है। तां करके भगत जी कहते संतां को मत कोई निंदो। भाई किते संतां दी निंदिया ना करो। हुण जदों शब्द आउंदा ना निंदिया शब्द, तां कई लोग इस शब्द की आड़ हेठ भी सानू लुटदे। जदों सच की विचार होंदी है, गुरबाणी की रोशनी विच सच बोलिया जाता है, ते अक्सर ही ये लोग निंदिया का नाम दे के सच तो ओले हो जाते भी ते निंदिया कर रहे। पर मैं बड़ी बारी बेनती की है गुरमुखो, निंदिया की परिभाषा भी सानू गुरबाणी विचों देखनी पएगी भी निंदिया है। असीं सच नूं निंदिया का नाम दे के नहीं डाल सकते। निंदिया जी हुंदा ना भी जिहड़े गुरमुख प्यारे प्रचारक जिहड़े गुरबाणी गुरमत की गल सच की गल करते हैं, ते कई लोग उन्होंने निंदिया का नाम दे के उन्होंने भंडण का यत्न करते भी, ते प्रचारक निंदिया करते। ये गुरु की गल तो करते ही नहीं, तो निंदिया करी जाते। मैनू भी एक भाई साहब कहते तुसीं बाणी दी विचार घट करते हो, भाई साहब बाहरी गल्लां बहुत करते हो। मैं कहा करनियां पैंदियां, साडी जिम्मेवारी है, साडा धर्म है, तो सानू तो करना ही पएगा। हुण जिवें अज दा दिन तुसीं वेख लो, अज फादर डे है, जिवें मदर्स डे मनाउंदे हैं ना कई लोग, ते अज कई लोगों ने भगती तौर पर अपने पिता दियां फोटोआं फेसबुक ते पाईआं ने, जां होर जिहड़े कई साधन है। ते मैं हैरान होंदा भी एक साल दे पता नहीं लगता भी इन्हां दा बाप कौन है। एक साल दे कोई पिता की समझ नहीं है, पिता नूं सामने नहीं लिआंदा, पिता का नाम नहीं लिया, पिता के पर उपकारां की गल नहीं कीती भी प्यो ने सानू किवें पालिया। क्योंकि जिथे गुरमुखो साडे जीवन विच मां की बहुत वड्डी देन है, उत्थे बाप की भी बराबरी देन। असीं ये नहीं कह सकते भी मां के रिश्ते नालों प्यो का रिश्ता किते घट है। पर अज मैं वेख रहा सवेर तो मैं फेसबुक जदों चलाई तो हर एक बंदा अपने पिता की फोटो पा रहा है। मेरे पिता जी ने, सत्कारयोग पिता जी ने। मैं कहा साल ते सत्कार कीता नहीं, एक दिन के नाल सत्कार करके की होएगा भाई। जे असल विच तुसीं मां बाप के परोपकारां नूं समझदे हो कि मां बाप की साडे जीवन विच लोड़ की है,
ਜਾਂ ਮਾਂ-ਬਾਪ ਦੀ ਸਾਡੀ ਦੇਣ ਕੀ ਹੈ, ਤਾਂ ਹਰ ਇੱਕ ਦਿਨ ਸਾਡਾ ਮਾਂ-ਬਾਪ ਲਈ ਹੋਣਾ ਚਾਹੀਦਾ। ਜੇ ਮਾਂ-ਬਾਪ ਨੇ ਸਾਡੇ ਲਈ ਸਾਰੀ ਜ਼ਿੰਦਗੀ ਲਾਈ ਹੈ ਤਾਂ ਅਸੀਂ ਮਾਂ-ਬਾਪ ਲਈ ਇੱਕ ਦਿਨ ਵਕਤੀ ਤੌਰ ਤੇ ਪਿਆਰ ਦੇ ਵਿਖਾਵੇ ਕਿਉਂ ਕਰਦੇ? ਹਰ ਦਿਨ ਅਸੀਂ ਮਾਂ-ਬਾਪ ਨੂੰ ਆਪਣੇ ਨਾਲ ਕਿਉਂ ਨਹੀਂ ਰੱਖਦੇ? ਹਰ ਇੱਕ ਦਿਨ ਅਸੀਂ ਮਾਂ-ਬਾਪ ਦਾ ਕਿਉਂ ਨਹੀਂ ਸਤਿਕਾਰ ਕਰਦੇ? ਮੈਂ ਕਈਆਂ ਨੂੰ ਨੇੜੇ ਹੋ ਕੇ ਵੀ ਵੇਖਿਆ ਵੀ ਅੱਜ ਮਾਂ-ਬਾਪ ਦੀ ਫੋਟੋ ਪਾਈ ਹੈ ਤੇ ਕੱਲ ਮਾਂ-ਬਾਪ ਨੂੰ ਗਾਲਾਂ ਕੱਢਦੇ, ਕੱਲ ਨੂੰ ਮਾਂ-ਬਾਪ ਦੇ ਨਾਲ ਮਾੜਾ ਵਰਤੋਂ ਵਿਹਾਰ ਕਰਦੇ। ਮੈਂ ਤਾਂ ਬੇਨਤੀ ਕਰ ਰਿਹਾ ਗੁਰਮੁਖੋ, ਇਹਨਾਂ ਵਕਤੀ ਪਿਆਰ ਦੇ ਵਿਖਾਵਿਆਂ ਵਿੱਚੋਂ ਨਿਕਲ ਕੇ ਅਸੀਂ ਅੰਦਰੋਂ ਮਾਂ-ਬਾਪ ਦਾ ਸਤਿਕਾਰ ਕਰਨਾ, ਜਿਹੜਾ ਹਰ ਇੱਕ ਮਨੁੱਖ ਮਾਤਰ ਪ੍ਰਾਣੀ ਦਾ ਫਰਜ਼ ਹੈ। ਜਿਹੜਾ ਬੰਦਾ ਮਾਂ-ਬਾਪ ਦਾ ਸਤਿਕਾਰ ਨਹੀਂ ਕਰ ਸਕਿਆ, ਆਪਾਂ ਬੜੀ ਵਾਰੀ ਵਿਚਾਰ ਕੀਤੀ ਹੈ ਨਾ ਕਿ ਉਹ ਕਦੇ ਸਤਿਗੁਰਾਂ ਦੀ ਬਾਣੀ ਤੋਂ ਵੀ ਕੋਈ ਲਾਭ ਨਹੀਂ ਲੈ ਸਕੇਗਾ। ਮਾਂ ਪਿਓ ਪਰ ਹਰ ਪੜ੍ਹੈ ਵੇਦ, ਭੇਦ ਨ ਜਾਣੈ ਕਥਾ ਕਹਾਣੀ। ਮਾਂ ਪਿਓ ਪਰ ਹਰ ਨਹਾਵਣਾ, 68 ਤੀਰਥ ਘੁੰਮਣ ਬਾਣੀ। ਮਾਂ ਪਿਓ ਪਰ ਹਰ ਕਰੈ ਦਾਨ, ਬੇਈਮਾਨ ਅਗਿਆਨ ਪੁਰਾਣੀ। ਗੁਰ ਪਰਮੇਸ਼ਰ ਸਾਰ ਨਾ ਜਾਣੀ। ਮੈਂ ਤੁਹਾਨੂੰ ਅੱਜ ਦੀ ਇੱਕ ਘਟਨਾ ਦੱਸ ਦਿੰਦਾ। ਇੱਕ ਬਜ਼ੁਰਗ, ਮੈਂ ਨਾਂ ਤੇ ਨਾਂ ਲਿਆ, ਤੇ ਬਜ਼ੁਰਗ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਤੇ ਲੱਤ ਦੇ ਵਿੱਚ ਬਹੁਤ ਜ਼ਿਆਦਾ ਜ਼ਖਮ ਹੋ ਗਿਆ। ਚਲੋ ਗੁਰਦੁਆਰੇ ਚੱਕ ਕੇ ਲੈ ਗਏ ਉਹਨੂੰ, ਗੁਰਦੁਆਰੇ ਵਾਲੇ ਹਸਪਤਾਲ ਦੇ ਵਿੱਚ, ਪਰ ਉਹਦਾ ਕੋਈ ਵੀ ਪਰਿਵਾਰਕ ਮੈਂਬਰ ਉੱਥੇ ਨਹੀਂ ਪਹੁੰਚਿਆ। ਜਦੋਂ ਉਹਨੂੰ ਪੁੱਛਿਆ ਗਿਆ ਵੀ ਜਿਹੜੀ ਤੈਨੂੰ ਤਨਖਾਹ ਮਿਲਦੀ ਹੈ, ਜਿੰਨੀ ਕੁ ਤੂੰ ਸੇਵਾ ਕਰਦਾ, ਉਹ ਕਿੱਥੇ ਜਾਂਦਾ? ਉਹ ਕਹਿੰਦਾ ਇੰਨੇ ਹਜ਼ਾਰ ਮੈਂ ਆਪਣੇ ਬੱਚਿਆਂ ਨੂੰ ਦੇ ਦਿੱਤਾ, ਇੰਨੇ ਹਜ਼ਾਰ ਆਪਣੇ ਭਤੀਜਿਆਂ ਨੂੰ ਦੇ ਦਿੱਤਾ, ਪਰ ਭਾਈ ਜਿਨ੍ਹਾਂ ਨੂੰ ਮਾਇਆ ਦਿੱਤੀ ਉਹ ਤੇ ਵੋੜਿਆ ਤੇ ਕੋਈ। ਕਿਉਂਕਿ ਅੱਜ ਯੁੱਗ ਮਾਇਆ ਦਾ ਨਾ ਪਤਾ ਲੱਗ ਰਿਹਾ ਵੀ ਬੰਦਾ ਸਭ ਕੁਝ ਮਾਇਆ ਖਾਤਰ ਕਰੇ। ਅੱਜ ਸਤਿਕਾਰ ਕਿੱਥੇ ਰਹਿ ਗਿਆ ਬਜ਼ੁਰਗਾਂ ਦਾ? ਆਪਾਂ ਵੇਖ ਲਿਆ ਅੱਜ ਬਜ਼ੁਰਗ ਕਿਵੇਂ ਬਿਰਧ ਆਸ਼ਰਮਾਂ ਵਿੱਚ ਰੁਲ ਰਹੇ, ਜਿਵੇਂ ਸਾਡੇ ਪੰਜਾਬ ਦੀ ਧਰਤੀ ਤੇ ਬਿਰਧ ਆਸ਼ਰਮ ਖੁੱਲ ਰਹੇ। ਮੈਂ ਇਹ ਤਾਂ ਬੇਨਤੀ ਕੀਤੀ ਹੈ ਵੀ ਕੇਵਲ ਭਗਤੀ ਤੌਰ ਤੇ ਪਿਆਰ ਦੇ ਵਿਖਾਵੇ ਨਾ ਕਰੋ। ਜਿਹੜਾ ਬੰਦਾ ਮਾਂ-ਬਾਪ ਦੇ ਗੁਣਾਂ ਨੂੰ ਜਾਣਦਾ ਉਹ ਹਰ ਦਿਨ, ਹਰ ਰੋਜ਼, ਹਰ ਵੇਲੇ ਹੀ ਮਾਂ-ਬਾਪ ਦਾ ਸਤਿਕਾਰ ਕਰਦਾ ਹੈ। ਹੁਣ ਭਗਤ ਜੀ ਕਹਿੰਦੇ ਭਾਈ ਸੰਤਾਂ ਦੀ ਨਿੰਦਿਆ ਨਾ ਕਰੋ, ਕਿਉਂਕਿ ਸੰਤ ਤੇ ਪਰਮਾਤਮਾ ਇੱਕ ਹੀ ਰੂਪ ਹਨ। ਕਹਾ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਮ ਭਵਿਕਾ। ਗੁਰਮੁਖੋ, ਜਦੋਂ ਅਸੀਂ ਕਈ ਵਾਰੀ ਵਿਚਾਰ ਕਰਦੇ ਨੇ ਵੀ ਭਗਤਾਂ ਦਾ ਗੁਰੂ ਕੌਣ ਹੋਇਆ, ਅਸੀਂ ਜ਼ਿਕਰ ਕਰਦੇ ਨੇ ਵੀ ਭਗਤ ਬਾਬਾ ਕਬੀਰ ਜੀ ਦਾ ਗੁਰੂ ਕੌਣ ਸੀ? ਰਾਮਾਨੰਦ? ਨਹੀਂ ਗੁਰਮੁਖੋ, ਭਗਤ ਬਾਬਾ ਕਬੀਰ ਜੀ ਦਾ ਗੁਰੂ ਹੈ ਗਿਆਨ, ਵਿਵੇਕ, ਸਮਝ। ਤਾਂ ਕਰਕੇ ਭਗਤ ਜੀ ਕਹਿੰਦੇ ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਂ ਕਾ ਨਾਮ ਵਿਵੇਕੋ। ਜਿਹੜਾ ਵਿਵੇਕ ਰੂਪ ਹੈ, ਜਿਹੜਾ ਪੂਰਨ ਵਿਵੇਕ ਵਾਲਾ ਹੈ, ਜਿਹੜਾ ਪੂਰਨ ਗਿਆਨਵਾਨ ਹੈ, ਭਗਤ ਜੀ ਕਹਿੰਦੇ ਮੈਂ ਉਸ ਗੁਰੂ ਨੂੰ ਪਾ ਲਿਆ। ਭਾਵ ਮੈਂ ਉਸ ਗੁਰੂ ਦੇ ਨਾਲ ਜੁੜ ਗਿਆ ਜਿਹੜਾ ਗੁਰੂ ਪੂਰਨ ਤੌਰ ਤੇ ਗਿਆਨਵਾਨ ਹੈ। ਆਓ ਗੁਰਮੁਖੋ ਸਤਿਗੁਰੂ ਜੀ ਕਿਰਪਾ ਕਰਨ, ਅਸੀਂ ਵੀ ਗਿਆਨ ਗੁਰੂ ਦੇ ਨਾਲ ਜੁੜੀਏ। ਮੈਂ ਬੜੀ ਵਾਰੀ ਬੇਨਤੀ ਕੀਤੀ ਹੈ, ਗੁਰੂ ਦੇ ਸਿੱਖ ਦਾ, ਵਾਹਿਗੁਰੂ ਸਿੱਖ ਦਾ ਗੁਰੂ ਕੋਈ ਸਰੀਰ ਨਹੀਂ ਹੈ, ਸਿੱਖ ਦਾ ਗੁਰੂ ਹੈ ਗਿਆਨ। ਜਦੋਂ ਗੁਰੂ ਨਾਨਕ ਸਾਹਿਬ ਜੀ ਸਿੱਧਾਂ ਨਾਲ ਵਿਚਾਰ ਚਰਚਾ ਕਰਦੇ ਨਾ, ਤਾਂ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਪ੍ਰਸ਼ਨ ਕੀਤਾ ਸੀ। ਆਪਾਂ ਸਮਾਪਤੀ ਕਰ ਦਈਏ, ਸਮਾਂ ਨੇੜੇ ਹੋ ਗਿਆ। ਸਿੱਧ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦੇ ਆ, ਕਾਵਨ ਗੁਰੂ ਕਿਸ ਕਾ ਤੂੰ ਚੇਲਾ? ਕਹਿੰਦੇ ਤੁਹਾਡਾ ਗੁਰੂ ਕੌਣ ਹੈ, ਤੁਸੀਂ ਕਿਹਨਾਂ ਦੇ ਚੇਲੇ ਹੋ? ਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਸਰੀਰ ਦਾ ਨਾਂ ਨਹੀਂ ਲਿਆ। ਅੱਜ ਤੇ ਬੜੇ ਜਿਹੜੇ ਸਰੀਰਾਂ ਨੂੰ ਗੁਰੂ ਮੰਨ ਕੇ ਬੈਠੇ, ਕੋਈ ਕਹਿੰਦਾ ਫਲਾਣਾ ਡੇਰੇ ਵਾਲਾ ਮੇਰਾ ਗੁਰੂ, ਕੋਈ ਕਹਿੰਦਾ ਫਲਾਣਾ ਸਾਧ ਮੇਰਾ ਗੁਰੂ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾਂ ਦੇ ਪ੍ਰਸ਼ਨ ਦਾ ਜਵਾਬ ਦਿੱਤਾ, ਕਹਿੰਦੇ ਸ਼ਬਦ ਗੁਰੂ ਸੁਰਤ ਤਨ ਚੇਲਾ। ਇਹ ਹੁਣ ਸਾਨੂੰ ਵੇਖਣਾ ਪਏਗਾ ਵੀ ਅਸੀਂ ਸਰੀਰਾਂ ਨੂੰ ਗੁਰੂ ਬਣਾ ਕੇ ਬੈਠੇ ਹਾਂ ਜਾਂ ਅਸੀਂ ਗਿਆਨ ਗੁਰੂ ਦੇ ਸ਼ਬਦ ਦੇ ਗੁਰੂ ਨਾਲ ਜੁੜੇ ਹੋਏ ਹਾਂ। ਗੁਰਮੁਖੋ ਇੱਕ ਬੇਨਤੀ ਜ਼ਰੂਰ ਕਰਾਂ, ਜਿੰਨਾ ਟਾਈਮ ਅਸੀਂ ਸਰੀਰਾਂ ਨਾਲ ਜੁੜਾਂਗੇ ਉਹਨਾਂ ਟਾਈਮ ਸਾਡਾ ਜੀਵਨ ਰੋਸ਼ਨ ਨਹੀਂ ਹੋਏਗਾ। ਜਦੋਂ ਅਸੀਂ ਗੁਰੂ ਦੇ ਸ਼ਬਦ ਨੂੰ ਆਪਣਾ ਗੁਰੂ ਮੰਨ ਕੇ, ਗਿਆਨ ਨੂੰ ਗੁਰੂ ਮੰਨ ਕੇ ਆਪਣੇ ਜੀਵਨ ਨੂੰ ਬਸਰ ਕਰਾਂਗੇ, ਉਦੋਂ ਸਾਡੇ ਜੀਵਨ ਵਿੱਚ ਗੁਰੂ ਦੇ ਗਿਆਨ ਦਾ ਸ਼ਬਦ ਦਾ ਪ੍ਰਕਾਸ਼ ਹੋਏਗਾ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਆਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਆਪ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਹੋਈਆਂ ਬੇਅੰਤ ਭੁੱਲਾਂ ਦੀ ਗੁਰੂ ਅਤੇ ਗੁਰੂ ਕੀ ਸੰਗਤ ਮਾਫੀ ਬਖਸ਼ੇ। ਆਪ ਸੰਗਤਾਂ ਨੇ ਅਸੀਸ ਬਖਸ਼ਿਸ਼ ਕਰਨੀ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹਿੰਦੇ ਹੋਏ, ਗੁਰਬਾਣੀ ਗੁਰਮਤਿ ਦੀ ਰੋਸ਼ਨੀ ਵਿੱਚ ਰਹਿੰਦੇ ਹੋਏ ਆਪ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਸਕੀਏ। ਇੱਕ ਬੇਨਤੀ ਮੈਂ ਜ਼ਰੂਰ ਕਰਦਿਆਂ, ਤੁਸੀਂ ਸਾਰੇ ਮੇਰੇ ਨਾਲ ਵੱਧ ਪੜ੍ਹੇ ਲਿਖੇ ਬੈਠੇ ਹੋ,
जे अज हकीकत विच तुसी बाप दा दिन मना रहे हो तां हर एक मनुख दा फर्ज बनदा भी अपने वड्डियां दा अपने मापियां दा सत्कार करे जिन्हां दी बदौलत असी इत्थे तक पहुंचे। होर दा ते मैनूं पता नहीं, मैं अपने जीवन विच ये मन के चलिया भी जे माँ बाप ना होंदे शायद रुल गए होंदे तां इत्थे तक नहीं सी उपड़ना। तां करके मैं बेनती कर रहा गुरमुखो, केवल एक दिन वक्ती तौर पर माँ बाप दियां फोटोआं पा के विखावे ना करिए, अपना पूरा जीवन जिहड़ा माँ बाप की सेवा नूं उन्हां दे सत्कार नूं जिहड़ा समर्पित करिए। आओ आप जी इस तरह प्यार दे नाल बैठ के गुरु सवारियां पासों सतगुरां दी पावन बाणी दे शब्द कीर्तन सरवण करो जी। गज के फतेह बुलाओ। वाहिगुरु जी का खालसा वाहिगुरु जी की फतेह।